जीओ। ज्यों बुलावे है त्यों बोले है स्वामी। कुदरत कवन हमारी। साध संग नानक जस गायो। जो प्रभ की अत प्यारी। मैं मूर्ख की केतक बात है। कोट पराधी तरियारे। गुर नानक जिन सुनिया पेखिया। से फिर गर्भास ना परियारे। परम सन्मान अते सत्कारयोग गरीब निवाज अंतरजामी सच्चे पातशाह जी दी साजी नवाजी। गुरु स्वरूप गुरु खालसा साध संगत जीओ। रसना नू करो पवित्र प्यार सत्कार नाल गुर फतेह दी सांझ पाओ जी। वाहिगुरु जी का खालसा वाहिगुरु जी की फतेह। आप जी समूह सत संगी गुरमुख माई भाई। दूरों नेड़ियों चल करके जुगो जुग अटल चवर छतर तख्त दे मालिक। मीरान मीर पीरान पीर सरवरे कायनात। कौन आलम दे सांझे सुल्तान दे समरथ सतगुरु श्री गुरु ग्रंथ साहिब महाराज जी दी पावन पवित्र हजूरी अंदर काफ़ी लम्मे समय तो लै करके शामां दे दीवाना दियां हाजरियां भर रहे हो। सतगुरु पातशाह जी दी पावन पवित्र इतिहास दी कथा बहुत ही प्यार सत्कार दे नाल गुरमुख प्यारियां दी रसना तो आप जी श्रवण कर रहे सी। इन्हां पावन पवित्र अस्थानां ते पहली वारी आप संगतां दे नाल गुरमत विचारां करन दा ਅਤੇ दर्शन दीदार करन दा सुभाग अवसर प्राप्त होया है। जदों अस्थानां ते आए मन विच बड़ी खुशी होई कि जिन्हां महापुरखां दे पावन पवित्र अस्थानां ते धन बाबा बुढ़ा साहिब जी के अस्थान ते बैठ करके सतगुरु सेवा ले रहे ने। उन्हां ब्रह्म ज्ञानी महापुरखां दा जोड़ मेल इस स्थान ते बड़ी शरधा भावना दे नाल मनाया जा रहा है। जिस दे संबंध विच श्री अखंड पाठ साहिब अज आरंभ होए ने, मन विच ख्याल आया भी
ਉਹਨਾਂ ਸਤਿਪੁਰਖਾਂ ਦੇ ਜੀਵਨ ਦੇ ਸੰਬੰਧ ਵਿੱਚ ਹੀ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਮੁੱਚਾ ਜੀਵਨ ਜਦੋਂ ਨਜ਼ਰ ਮਾਰ ਕੇ ਅਸੀਂ ਵੇਖਦੇ ਹਾਂ, ਸਾਰੇ ਜੀਵਨ ਵਿੱਚ ਬਾਬਾ ਜੀ ਨੇ ਸਿੱਖੀ ਕਮਾਈ ਗੁਰੂ ਨਾਨਕ ਸਾਹਿਬ ਜੀ ਦੀ। ਬਾਬਾ ਜੀ ਦਾ ਜੋ ਜਨਮ ਕੱਥੂ ਨੰਗਲ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਉਸ ਨਗਰ ਦੇ ਅੰਦਰ ਪਿਤਾ ਬਾਬਾ ਸੁੱਗਾ ਜੀ ਤੇ ਮਾਤਾ ਗੌਰਾਂ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ 22 ਅਕਤੂਬਰ 1506 ਈਸਵੀ ਨੂੰ ਅੰਮ੍ਰਿਤ ਵੇਲੇ ਪ੍ਰਗਟ ਹੋਇਆ। ਕਿਉਂਕਿ ਐਸੀਆਂ ਜਿਹੜੀਆਂ ਰੂਹਾਂ ਸੰਸਾਰ ਵਿੱਚ ਆਉਂਦੀਆਂ ਨੇ, ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਣ ਮਲਾਏ। ਪਿਤਾ ਜੀ ਨੇ, ਮਾਤਾ ਨੇ ਬੜੇ ਲਾਡ ਦੇ ਨਾਲ ਇਸ ਬਾਲਕ ਦੀ ਪਾਲਣਾ ਕੀਤੀ। ਨਾਮ ਘਰ ਦੇ ਵਿੱਚੋਂ ਰੱਖਿਆ ਗਿਆ ਹੈ ਬੂੜਾ। ਜਦੋਂ ਸੁਰਤ ਨੂੰ ਸੰਭਾਲਣਾ ਕੀਤਾ ਤੇ ਮਾਤਾ ਪਿਤਾ ਨਾਲ ਕਿਰਤ ਵਿਰਤ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਬੂੜਾ ਜੀ ਹੱਥ ਵਟਾਉਂਦੇ ਨੇ। ਬੱਕਰੀਆਂ ਨੂੰ ਚਾਰਨ ਦਾ ਜਿਹੜਾ ਧੰਦਾ ਹੈ, ਇਹ ਬਾਲਕ ਅਵਸਥਾ ਦੇ ਵਿੱਚ ਸ਼ੁਰੂ ਕੀਤਾ। ਤਾਂ ਜਦੋਂ 12 ਸਾਲ ਦੀ ਆਜ਼ੂ ਉਮਰ ਹੁੰਦੀ ਹੈ, ਇੱਥੇ ਕੱਥੂ ਨੰਗਲ ਦੇ ਨੇੜੇ ਜਗਤ ਜਲੰਦੇ ਦੀ ਸਾਰ ਲੈਂਦੇ ਹੋਏ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪੁੱਜੇ ਨੇ। ਭਾਈ ਬਾਲਾ ਵੀ ਸਤਿਗੁਰੂ ਪਾਤਸ਼ਾਹ ਦੇ ਨਾਲ ਹੈ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਸੰਗੀ ਸਾਥੀ ਨਾਲ ਹੈ। ਤਿੰਨੇ ਜਦੋਂ ਰੂਹਾਂ ਜੰਗਲ ਦੇ ਵਿੱਚ ਇਕਾਂਤ ਬੈਠ ਕਰਕੇ ਵਾਹਿਗੁਰੂ ਦੀ ਬੰਦਗੀ ਵਿੱਚ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਗੁਰੂ ਨਾਨਕ ਸਾਹਿਬ ਕੀਰਤਨ ਕਰ ਰਹੇ ਨੇ। ਇਹ ਬਾਲਕ ਬੱਕਰੀਆਂ ਨੂੰ ਚਾਰਦਾ ਚਾਰਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਿਆ। ਜਿਸ ਵੇਲੇ ਭਾਗ ਜਾਗਦੇ ਨੇ, ਕਿਸੇ ਜੀਵ ਦੇ ਪੂਰੇ ਗੁਰੂ ਦੀ ਸੰਗਤ ਮਿਲ ਜਾਂਦੀ ਹੈ। ਅੱਜ ਦੇ ਸਮੇਂ ਵਿੱਚ ਅਸੀਂ ਬਹੁਤ ਪ੍ਰਚਾਰਕ ਵੀਰ ਥਾਂ ਥਾਂ ਤੇ ਕਹਿੰਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਪੂਰੇ ਗੁਰੂ ਦੀ ਸੰਗਤ ਵਿੱਚ ਆ ਜਾਓ, ਗੁਰੂ ਵਾਲੇ ਬਣ ਜਾਓ। ਪਰੰਤੂ ਫਿਰ ਅਸੀਂ ਕਿਉਂ ਨਹੀਂ ਇਸ ਪਾਸੇ ਨੂੰ ਤੁਰਦੇ? ਇਹਦੇ ਵਿੱਚ ਸਾਡੇ ਜਿਹੜੇ ਮੰਦੇ ਮਾੜੇ ਕਰਮ ਅੱਗੇ ਆ ਕੇ ਖੜ ਜਾਂਦੇ ਨੇ। ਗੁਰੂ ਸਾਹਿਬ ਦੇ ਨਾਲ ਮਿਲਾਪ ਹੋ ਜਾਣਾ, ਗੁਰਬਾਣੀ ਮਿਲ ਜਾਣੀ, ਗੁਰਬਾਣੀ ਪੜ੍ਹਨੀ ਪਿਆਰੀ ਲੱਗਣੀ, ਇਹ ਕਰਮਾਂ ਦੇ ਜਾਗਣ ਦੀ ਨਿਸ਼ਾਨੀ ਹੈ। ਭਾਗ ਜਾਗੈ ਕੀ ਇਹ ਨਿਸ਼ਾਨੀ, ਪ੍ਰੇ ਲਾਗੈ ਸ੍ਰੀ ਗੁਰਬਾਣੀ। ਭਾਗ ਜਾਗੇ ਨੇ ਇਸ ਬਾਲਕ ਬੂੜਾ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ। ਜਦੋਂ ਕੋਲ ਬੈਠ ਕੇ ਕੀਰਤਨ ਸੁਣਨ ਲੱਗੇ ਨੇ ਤੇ ਮਨ ਖਿੱਚਿਆ ਗਿਆ। ਗੁਰੂ ਨਾਨਕ ਸਾਹਿਬ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਕੀਰਤਨ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਸੁਣਿਆ ਹੋਵੇ, ਕਿਵੇਂ ਨਾ ਮਨ ਇਕਾਗਰ ਹੋਵੇ, ਕਿਵੇਂ ਨਾ ਮਨ ਖਿੱਚਿਆ ਜਾਵੇ। ਤਾਂ ਇਸ ਬਾਲਕ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆ ਕਰਕੇ ਬੇਨਤੀ ਕੀਤੀ, ਮਹਾਂਪੁਰਖੋ ਮੈਨੂੰ ਜੇ ਆਗਿਆ ਦੇ ਦੇਵੋ, ਮੇਰਾ ਮਨ ਇਤਨਾ ਪ੍ਰਸੰਨ ਹੋਇਆ ਦਰਸ਼ਨ ਕਰਕੇ, ਘਰ ਵਿੱਚੋਂ ਜਾ ਕੇ ਮੈਂ ਦੁੱਧ ਗਰਮ ਕਰਕੇ ਲਿਆਵਾਂ, ਤੁਹਾਨੂੰ ਭੇਟਾ ਕਰਾਂ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਬਾਲਕ ਦਾ ਪਿਆਰ ਵੇਖਿਆ। ਅੰਦਰਲੀ ਸ਼ਰਧਾ ਭਾਵਨਾ ਜਦੋਂ ਸਤਿਗੁਰੂ ਪਾਤਸ਼ਾਹ ਨੇ ਵੇਖੀ ਤੇ ਆਗਿਆ ਦੇ ਦਿੱਤੀ ਕਿ ਬਾਲਕ ਤੇਰੀ ਇੱਛਾ ਹੈ, ਜਿਸ ਤਰ੍ਹਾਂ ਕਰਨੀ ਚਾਹੁੰਦਾ ਹੈ। ਇੰਨੇ ਬਚਨ ਕਹੇ ਤੇ ਭਾਈ ਬੂੜਾ ਜੀ ਉੱਠ ਕਰਕੇ ਆਪਣੇ ਘਰ ਵੱਲ ਨੂੰ ਚਲੇ ਗਏ। ਜਦੋਂ ਬਾਬਾ ਜੀ ਘਰ ਵੱਲ ਨੂੰ ਗਏ ਨੇ ਤਾਂ ਭਾਈ ਬਾਲੇ ਨੇ ਇੱਕ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਨੂੰ। ਕਹਿਣ ਲੱਗਿਆ, ਮਹਾਰਾਜ ਸਾਹਿਬ ਕਦੇ ਜੰਗਲਾਂ ਵਿੱਚ ਰਾਤ ਗੁਜ਼ਾਰਦੇ, ਕਿਤੇ ਨਗਰਾਂ ਸ਼ਹਿਰਾਂ ਦੇ ਵਿੱਚ ਵਕਤ ਗੁਜ਼ਾਰੇ। ਕਿਸੇ ਲੋਕਾਂ ਨੇ ਇੱਟਾਂ ਵੀ ਮਾਰੀਆਂ, ਰੋੜੇ ਵੀ ਮਾਰੇ, ਕਿਸੇ ਨੇ ਕੋਈ ਸ਼ਬਦ ਬੋਲਿਆ, ਕਿਸੇ ਨੇ ਨਰਾਦਰ ਆਪਦਾ ਕੀਤਾ ਤੇ ਤੁਸਾਂ ਨੇ ਕੋਈ ਉਹਨਾਂ ਨੂੰ ਭਲਾ ਬੁਰਾ ਸ਼ਬਦ ਰਸਨਾ ਤੋਂ ਨਹੀਂ ਕਿਹਾ। ਅੱਜ ਇਹ ਜਿਹੜਾ ਬਾਲਕ ਹੈ, ਬੜੀ ਛੋਟੀ ਉਮਰਾ 12 ਕੁ ਸਾਲ ਦੀ ਆਜੂ ਹੈ, ਇਹਦੇ ਅੰਦਰ ਇੰਨੀ ਸ਼ਰਧਾ ਭਾਵਨਾ ਪਿਆਰ ਨਾਲ ਇਹਨੇ ਬੇਨਤੀ ਕੀਤੀ ਆਪ ਜੀ ਨੂੰ, ਤੇ ਤੁਸਾਂ ਨੇ ਮਹਾਰਾਜ ਕਿਉਂ ਨਹੀਂ ਮੇਰਾਂ ਦੇ ਘਰ ਵਿੱਚ ਆ ਕੇ ਇਸ ਬਾਲਕ ਤੇ ਬਖਸ਼ਿਸ਼ਾਂ ਕਰ ਦਿੱਤੀਆਂ। ਇਹ ਬਚਨ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਹੇ ਤਾਂ ਸਤਿਗੁਰੂ ਹੱਸ ਕੇ ਕਹਿੰਦੇ, ਭਾਈ ਬਾਲਿਆ ਕੱਲ ਨੂੰ ਵੇਖੀ ਇਸ ਬਾਲਕ ਦਾ ਠਾਠ ਬਾਠ ਕੀ ਬਣਿਆ ਹੋਵੇਗਾ। ਨਾਲ ਬਚਨ ਕਹਿ ਦਿੱਤੇ, ਕਹਿੰਦੇ ਦੀਵਾ ਜਿਹੜਾ ਹੈ ਬਲਣ ਦੇ ਵਾਸਤੇ 3 ਚੀਜ਼ਾਂ ਦੀ ਲੋੜ ਪੈਂਦੀ ਹੈ। ਕੱਲਾ ਦੀਵਾ ਮਿੱਟੀ ਦਾ ਲਿਆ ਕੇ ਰੱਖ ਦਈਏ, ਚਾਨਣ ਨਹੀਂ ਕਰੇਗਾ। ਉਸ ਦੀਵੇ ਦੇ ਵਿੱਚ ਤੇਲ ਪਾਉਣਾ ਪਵੇਗਾ। ਕੱਲਾ ਤੇਲ ਹੋਣ ਦੇ ਨਾਲ ਵੀ ਚਾਨਣ ਨਹੀਂ ਕਰਨਾ, ਉਹਦੇ ਵਿੱਚ ਬੱਤੀ ਵੀ ਚਾਹੀਦੀ ਹੈ। ਬੱਤੀ, ਤੇਲ ਤੇ ਦੀਵਾ ਹੋਵੇ ਫਿਰ ਵੀ ਚਾਨਣ ਨਹੀਂ ਹੁੰਦਾ, ਜਿੰਨੀ ਦੇਰ ਅਗਨੀ ਦਾ ਚੰਗਿਆੜਾ ਨਹੀਂ ਲਾ ਦਿੰਦੇ। ਇਹ ਬਚਨ ਸਤਿਗੁਰੂ ਪਾਤਸ਼ਾਹ ਜੀ ਕਹਿ ਕਰਕੇ ਸ਼ਾਂਤ ਹੋ ਗਏ। ਤਾਂ ਦੂਸਰਾ ਦਿਨ ਜਦੋਂ ਹੋਇਆ, ਅੰਮ੍ਰਿਤ ਵੇਲੇ ਨੂੰ ਇਹ ਬਾਬਾ ਬੂੜਾ ਜੀ, ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਬਣਨਾ, ਇਹ ਦੁੱਧ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਹਾਜ਼ਰ ਹੋ ਗਏ। ਜਦੋਂ ਸਤਿਗੁਰੂ ਪਾਤਸ਼ਾਹ ਦੇ ਦੀਦਾਰ ਕੀਤੇ ਤਾਂ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਆ ਕਰਕੇ ਇੱਕ ਬੇਨਤੀ ਕਰਦੇ ਨੇ। ਬੇਨਤੀ ਵਿੱਚ ਸ਼ਬਦ ਆਖੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰੋ, ਮੈਨੂੰ ਆਪਣੀ ਗੁਰਸਿੱਖੀ ਦੀ ਦਾਤ ਦੇ ਦਿਓ। ਮੇਰਾ ਜੰਮਣਾ ਮਰਨਾ ਮੇਟ ਦਿਓ, ਸੰਸਾਰ ਵਿੱਚੋਂ ਮੈਨੂੰ ਮੁਕਤ ਕਰ ਦਿਓ। 12 ਸਾਲ ਦੀ ਉਮਰ ਹੈ। ਸਤਿਗੁਰੂ ਪਾਤਸ਼ਾਹ ਸੁਣ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ, ਬੂੜਾ ਜੀ ਦੇ ਇਹਨਾਂ ਬਚਨਾਂ ਨੂੰ ਬੜੇ ਹੈਰਾਨ ਹੋਏ ਤੇ ਪੁੱਛਣ ਲੱਗੇ ਕਿ ਇਹ ਜਿਹੜੀ ਅਵਸਥਾ, ਇਹ ਤਾਂ ਬੜੀ ਚੰਚਲਤਾਈ ਵਾਲੀ ਹੁੰਦੀ। ਖੇਡਾਂ ਪਿਆਰੀਆਂ ਲੱਗਦੀਆਂ ਬੱਚਿਆਂ ਨੂੰ, ਭੱਜਣਾ ਨੱਠਣਾ, ਕੁਝ ਸ਼ਰਾਰਤਾਂ ਕਰਨੀਆਂ, ਇਹਨਾਂ ਵਿੱਚ ਹੀ ਮਨ ਉਹਦਾ ਖਚਿਤ ਰਹਿੰਦਾ ਹੈ। ਤੁਹਾਨੂੰ ਇੰਨੀ ਛੋਟੀ ਅਵਸਥਾ ਦੇ ਵਿੱਚ ਸਿੱਖੀ ਦੀ ਪ੍ਰਾਪਤੀ, ਮੁਕਤੀ ਹਾਸਲ ਕਰ ਲੈਣੀ, ਪਰਮਾਤਮਾ ਵਿੱਚ ਅਭੇਦਤਾ ਦੀ ਵਿਚਾਰ ਕਿੱਥੋਂ ਮਿਲ ਗਈ? ਇਹ ਸਤਿਗੁਰਾਂ ਨੇ ਬਚਨ ਆਖੇ ਨੇ। ਤਾਂ ਬਾਬਾ ਬੂੜਾ ਜੀ ਜਿਹੜੇ ਨੇ ਹੱਥ ਜੋੜ ਕੇ ਕਹਿਣ ਲੱਗੇ, ਸਾਈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਕਿ ਇੱਕ ਦਿਨ ਮੈਂ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਕਰਦਿਆਂ ਕਰਦਿਆਂ ਖੇਤ ਵਿੱਚ ਗਿਆ। ਖੇਤ ਦੇ ਕਿਨਾਰੇ ਮੈਂ ਤੇ ਮੇਰਾ ਪਿਤਾ ਖੜੇ ਸੀ। ਜਿਹੜੀ ਫਸਲ ਅਸੀਂ ਆਪਣੇ ਹੱਥਾਂ ਨਾਲ ਬੀਜਣਾ ਕੀਤੀ, ਪੁੱਤਰਾਂ ਦੇ ਵਾਂਗ ਕਿਸਾਨ ਆਪਣੀ ਫਸਲ ਨੂੰ ਪਾਲਦਾ, ਫਿਰ ਪੱਕਣ ਤੱਕ ਲੈ ਜਾਂਦਾ। ਉਹ ਫਸਲ ਅਸੀਂ ਆਪਣੇ ਖੜਿਆਂ ਖੜਿਆਂ ਵੇਖੀ ਕਿ ਇੱਕ ਮੁਗਲ ਪਠਾਣਾ ਦਾ ਟੋਲਾ ਆਇਆ। ਉਹ ਕਿਸੇ ਰਾਜੇ ਮਹਾਰਾਜੇ ਦੇ ਨੌਕਰ ਸੀ। ਉਹਨਾਂ ਨੇ ਸਾਡੀ ਨਵ ਜੰਮੀ ਜਿਹੜੀ ਖੇਤੀ ਹੈ ਬੀਜੀ ਹੋਈ, ਉਹ ਵੀ ਘੋੜਿਆਂ ਨੂੰ ਚਰਾ ਦਿੱਤੀ। ਜਿਹੜੀ ਅੱਧ ਪੱਕੀ ਖੇਤੀ ਸੀ ਉਹ ਵੀ ਉਹ ਕੱਟ ਕਰਕੇ ਵੱਢ ਕੇ ਲੈ ਗਏ। ਪੱਕੀ ਹੋਈ ਖੇਤੀ ਸੀ ਜਿਹਦੇ ਵਿੱਚ ਅੰਨ ਪੱਕ ਚੁੱਕਿਆ ਸੀ, ਉਹ ਵੀ ਪੰਡਾ ਬੰਨ ਕੇ ਆਪਣੇ ਨਾਲ ਹੀ ਚੁੱਕ ਕੇ ਲੈ ਗਏ। ਮੈਂ ਪਿਤਾ ਜੀ ਨੂੰ ਕਿਹਾ ਕਿ ਬਜ਼ੁਰਗੋ, ਆਪਣੀ ਖੇਤੀ ਹੈ ਤੇ ਇਹ ਹਾਕਮ ਕਿਵੇਂ ਕੱਟ ਕੇ ਲੈ ਗਏ?
ਤਾਂ ਪਿਤਾ ਜੀ ਨੇ ਮੈਨੂੰ ਬਚਨ ਆਖੇ ਕਿ ਬਾਲਕ, ਇਹ ਮਹਾਰਾਜਿਆਂ ਦੇ ਲੋਕ ਨੇ, ਇਹ ਬਾਦਸ਼ਾਹਾਂ ਦੇ ਲੋਕ ਨੇ। ਇਹਨਾਂ ਦੇ ਐਸੇ ਹੁਕਮ ਦੇ ਕੋਲੋਂ ਲੋਕ ਥਰ ਥਰ ਕਰਕੇ ਕੰਬਦੇ ਨੇ। ਇਹ ਜਿਸ ਦੀ ਮਰਜ਼ੀ ਖੇਤੀ ਕੱਟ ਸਕਦੇ, ਵੱਢ ਸਕਦੇ ਨੇ, ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਜਦੋਂ ਕਹਿੰਦੇ ਇਹਨਾਂ ਕੋ ਮੈਨੂੰ ਬਚਨ ਪਿਤਾ ਦੀ ਰਸਨਾ ਤੋਂ ਸੁਣਨ ਦਾ ਸਮਾਂ ਮਿਲਿਆ, ਉਸੇ ਵੇਲੇ ਮਨ ਵਿੱਚ ਖਿਆਲ ਆ ਗਿਆ, ਇਹ ਖੇਤੀ ਦਾ ਤੇ ਇੱਕ ਮੈਨੂੰ ਬਹਾਨਾ ਸੀ, ਇਹ ਤਾਂ ਪਿਤਾ ਦੇ ਦੁਆਰਾ ਮੈਨੂੰ ਗਿਆਨ ਮਿਲ ਗਿਆ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਿਹਾ ਕਿ ਤਿਬਾਲਕ ਜਿਹੜੀ ਅਵਸਥਾ ਹੈ, ਇਹ ਵੀ ਜੀਵ ਦੀ ਨਵ ਜੰਮੀ ਖੇਤੀ ਵਰਗੀ ਹੈ। ਜਿਹੜੀ ਜੋਬਨ ਤਰਨ ਅਵਸਥਾ ਹੈ, ਅੱਧ ਪੱਕੀ ਖੇਤੀ ਦੀ ਨਿਆਈ ਹੈ। ਜਿਹੜੀ ਬੁਢੇਪੇ ਦੀ ਬਜ਼ੁਰਗਤਾਈ ਦੀ ਅਵਸਥਾ ਹੈ, ਪੱਕੀ ਹੋਈ ਖੇਤੀ ਵਰਗੀ ਹੈ। ਤੇ ਇਸ ਲਈ ਇਹ ਜਿਹੜੀਆਂ ਤਿੰਨ ਅਵਸਥਾ ਨੇ, ਇਹਨਾਂ ਦੇ ਵਿੱਚ ਵੀ ਪਰਮਾਤਮਾ ਦੇ ਜਦੋਂ ਸੱਦੜੇ ਆ ਜਾਂਦੇ ਨੇ, ਧਰਮ ਰਾਜੇ ਦੇ ਜਮ ਦੂਤ ਆ ਕਰਕੇ ਕੱਟਣ ਲੱਗਦੇ ਨੇ ਤੇ ਰੋਕ ਉਹਨਾਂ ਨੂੰ ਵੀ ਨਹੀਂ ਕੋਈ ਸਕਦਾ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇਸ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬਾਬਾ ਜੀ ਬੇਨਤੀ ਕਰ ਰਹੇ ਨੇ ਕਿ ਮੈਨੂੰ ਤੇ ਉਦਣ ਦੀ ਚਿੰਤਾ ਲੱਗੀ ਹੋਈ ਹੈ। ਇਹ ਖੇਤੀਆਂ ਤੇ ਆਉਣ ਜਾਣ ਵਾਲੀਆਂ 6 ਮਹੀਨੇ ਬਾਅਦ ਨਵੀਂ ਖੇਤੀ ਬੀਜ ਲਈ ਦੀ। ਮਨੁੱਖਾ ਸਰੀਰ ਤੇ ਜਿਹੜੀਆਂ ਤਿੰਨ ਅਵਸਥਾ ਆਉਂਦੀਆਂ ਨੇ, ਪਹਿਲੀ ਗੱਲ ਇਹ ਮਨੁੱਖਾ ਸਰੀਰ ਹੀ ਨਹੀਂ ਮਿਲਦਾ। ਇਸ ਦੇਹੀ ਕੋ ਸਿਮਰਹਿ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਮਨੁੱਖਾ ਸਰੀਰ ਮਿਲ ਗਿਆ। ਕਿੰਨੇ ਬਾਲਕ ਅਵਸਥਾ ਵਿੱਚ ਹੀ ਵਾਹਿਗੁਰੂ ਪਰਮਾਤਮਾ ਸੱਦੜਾ ਦੇ ਕੇ ਬੁਲਾ ਲੈਂਦਾ। ਕਿੰਨੇ ਨੌਜਵਾਨ ਵੀਰਾਂ ਨੂੰ ਇਸ ਅਵਸਥਾ ਵਿੱਚ ਲੈ ਜਾਂਦਾ। ਵਡੇਪੇ ਵਿੱਚ ਤੇ ਪਾਈ ਹਰ ਕਿਸੇ ਨੇ ਜਾਣਾ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਇਸ ਕਰਕੇ ਉਦਣ ਦੀ ਚਿੰਤਾ ਲੱਗੀ ਹੋਈ ਸੀ ਕਿ ਜੰਮਣ ਮਰਨ ਦੀ ਨਿਵਰਤੀ ਕਿਵੇਂ ਹੋਵੇ, ਇਹ ਮਨੁੱਖਾ ਸਰੀਰ ਦੀ ਅਵਸਥਾ ਦੀਆਂ ਖੇਤੀਆਂ ਕਿਵੇਂ ਬਚਾਈਆਂ ਜਾ ਸਕਦੀਆਂ, ਜਮਾਂ ਤੋਂ ਛੁਟਕਾਰਾ ਕਿਵੇਂ ਹੋਵੇ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਥੇ ਬਚਨ ਕਹੇ, ਕਹਿੰਦੇ ਬੂੜਿਆ ਅਵਸਥਾ ਬੜੀ ਤੇਰੀ ਐਸੀ ਛੋਟੀ ਉਮਰਾ ਹੈ, ਤੇ ਬਜ਼ੁਰਗਾਂ ਵਾਲੀਆਂ ਸਿਆਣਿਆਂ ਵਾਲੀਆਂ ਤੇਰੀਆਂ ਗਿਆਨ ਦੀਆਂ ਗੱਲਾਂ ਨੇ। ਸਤਿਗੁਰੂ ਦੀ ਰਸਨਾ ਤੋਂ ਜਦੋਂ ਸ਼ਬਦ ਉਚਾਰਨ ਹੋਏ ਕਿ ਤੂੰ ਤੇ ਬੁੱਢਿਆਂ ਵਾਲੀਆਂ ਗੱਲਾਂ ਕਰਦਾ, ਬੁੱਢਿਆਂ ਵਾਲੀਆਂ ਵਿਚਾਰਾਂ ਨੇ ਤੇਰੀਆਂ, ਉਸੇ ਵੇਲੇ ਸਤਿਗੁਰੂ ਦੇ ਬਚਨਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਦੀ ਸੁਰਤ ਇੰਨੀ ਉੱਚੀ ਚੁੱਕੀ ਗਈ ਕਿ ਹਰ ਪਾਸੇ ਇੱਕ ਪਰਮਾਤਮਾ ਦਾ ਨੂਰ ਹੀ ਉਹਨਾਂ ਨੂੰ ਨਜ਼ਰੀ ਪਿਆ, ਜਿਸ ਨੂੰ ਵੇਦ ਦੀ ਸੁਰਤੀ ਨੇ ਕਿਹਾ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜਿੱਧਰ ਨਜ਼ਰ ਪੈਂਦੀ ਜੇ ਆਕਾਸ਼ ਵੱਲ ਵੇਖਦੇ, ਨਿਰਖੋਭਤਾ ਦਾ ਗੁਣ ਪਰਮਾਤਮਾ ਦਾ ਸਾਰਿਆਂ ਵਿੱਚ ਦਿਸਦਾ ਹੈ। ਬ੍ਰਹਮ ਗਿਆਨੀ ਧਰਤੀ ਦੇ ਵੱਲ ਨਜ਼ਰ ਮਾਰਦਾ, ਧਰਤੀ ਵਿੱਚੋਂ ਖਿਮਾ ਰੂਪ ਪਰਮਾਤਮਾ ਨਜ਼ਰੀ ਪੈਂਦਾ। ਜਦੋਂ ਕਿਤੇ ਚੰਦਰਮਾ ਵੱਲ ਵੇਖਦਾ, ਉੱਥੇ ਸਤੋ ਗੁਣੀ ਪਰਮਾਤਮਾ ਦਿਸਦਾ। ਜਦੋਂ ਸੂਰਜ ਵੱਲ ਨਜ਼ਰ ਜਾਂਦੀ ਬ੍ਰਹਮ ਗਿਆਨੀ ਦੀ, ਉੱਥੇ ਪ੍ਰਕਾਸ਼ ਰੂਪ ਪਰਮਾਤਮਾ ਨਜ਼ਰੀ ਪੈਂਦਾ। ਜਦੋਂ ਪਾਣੀ ਵੱਲ ਵੇਖਦਾ ਤੇ ਸੀਤਲ ਪੁਣੇ ਵਿੱਚੋਂ ਪਰਮਾਤਮਾ ਨਜ਼ਰੀ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਦੇ ਬਚਨਾਂ ਦੇ ਨਾਲ ਸੁਰਤ ਉੱਚੀ ਉੱਠੀ ਹੈ, ਤੇ ਨਾਲ ਜਿਹੜਾ ਸਰੀਰ ਦੀ ਬਨਾਵਟ ਸੀ, ਇਹ ਵੀ ਗੁਰੂ ਨਾਨਕ ਦੇ ਬਚਨਾਂ ਦੇ ਨਾਲ ਵਡੇਪਿਆਂ ਬਜ਼ੁਰਗਾਂ ਵਾਲੀ ਸਾਹਮਣੇ ਪ੍ਰਤੀਤ ਹੁੰਦੀ ਹੈ। ਮਾਤਾ ਪਿਤਾ ਆਏ ਸੀ ਵੇਖਣ ਵਾਸਤੇ, ਲੈਣ ਵਾਸਤੇ, ਪਹਿਚਾਣ ਨਹੀਂ ਹੋ ਸਕੀ, ਕਿਉਂਕਿ ਗੁਰੂ ਦੇ ਬਚਨਾਂ ਨਾਲ ਸਰੀਰਕ ਅਵਸਥਾ ਵੀ ਵਡੇਪੇ ਬਜ਼ੁਰਗਾਂ ਵਾਲੀ, ਤੇ ਅੰਦਰਲੀ ਜਿਹੜੀ ਅਵਸਥਾ ਸੀ ਉਹ ਵੀ ਐਸੀ ਗਿਆਨਮਈ ਗੁਰੂ ਨੇ ਬਣਾ ਦਿੱਤੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭਾਈ ਬਾਲਾ ਜੀ ਹੁਣ ਪੁੱਛਦੇ ਨੇ, ਮਹਾਰਾਜ ਤੁਸਾਂ ਨੇ ਇੰਨੀ ਕੋ ਕਿਰਪਾ ਕਰਨੀ ਸੀ ਤੇ ਕੱਲ ਹੀ ਕਰ ਦਿੰਦੇ। ਕਿੰਨੇ ਪਿਆਰ ਵਿੱਚ ਬਚਨ ਕਰਕੇ ਗਏ ਸੀ ਇਹ ਬੂੜਾ ਜੀ, ਤੇ ਤੁਸੀਂ ਕੱਲ ਕਿਉਂ ਨਹੀਂ ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ,
ਇਸ ਦੇ ਕੋਲ ਜਿਹੜਾ ਰਿਦਾ ਰੂਪ ਸਰੀਰ ਰੂਪੀ ਦੀਵਾ ਸੀ, ਇਹਦੇ ਵਿੱਚ ਬਾਬਾ ਬੁੱਢਾ ਸਾਹਿਬ ਦੇ ਕੋਲ ਸ਼ਰਧਾ ਦੀ ਬੱਤੀ ਵੀ ਤਿਆਰ ਸੀ ਤੇ ਪ੍ਰੇਮ ਦਾ ਤੇਲ ਵੀ ਨੱਕੋ ਨੱਕ ਭਰਿਆ ਹੋਇਆ ਸੀ। ਕੇਵਲ ਗਿਆਨ ਦੀ ਚੰਗਿਆੜੀ ਲਾਉਣੀ ਸੀ। ਗਿਆਨ ਸਮੇਂ ਦੇ ਨਾਲ ਪ੍ਰਾਪਤ ਹੋਇਆ ਕਰਦਾ, ਇਸ ਲਈ ਅੱਜ ਇਹਨੂੰ ਗਿਆਨ ਦੀ ਚੰਗਿਆੜੀ ਦੇ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕਾ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਨੇ ਘੁੱਟ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਆਪਣਾ ਜਿਹੜਾ ਐਸਾ ਗਿਆਨ ਸੀ ਬਾਬਾ ਬੁੱਢਾ ਸਾਹਿਬ ਦੇ ਹਿਰਦੇ ਵਿੱਚ ਪੂਰਨ ਸਮਾ ਦਿੱਤਾ। ਜਦੋਂ ਅਵਸਥਾ ਇੰਨੀ ਉੱਚੀ ਚੁੱਕੀ ਗਈ ਬਾਬਾ ਜੀ ਦੀ, ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬਾਰ-ਬਾਰ ਕਹਿੰਦੇ, ਮੇਰੇ ਸਾਈਂ, ਮੇਰੇ ਸਤਿਗੁਰੂ, ਏਡਾ ਤਰਸ ਕਰਕੇ, ਏਡੀ ਕਿਰਪਾ ਤੁਸਾਂ ਨੇ ਕਰਕੇ ਗਿਆਨ ਬਖਸ਼ਿਸ਼ ਕਰ ਦਿੱਤਾ, ਤੇ ਹੁਣ ਮੈਨੂੰ ਅਗਲਾ ਹੁਕਮ ਕੀ ਹੈ? ਉਥੇ ਪਿਆਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸੀ। ਕਹਿਣ ਲੱਗੇ, ਬੁੱਢਿਆ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਚਿੰਤਨ ਸਿਮਰਨ ਕਰਨਾ ਤੇ ਧਰਮ ਦੀ ਕਿਰਤ ਕਰਨੀ, ਇਹ ਜਿਹੜੇ ਬਚਨ ਹਨ ਆਪਣੇ ਪੱਲੇ ਬੰਨ੍ਹ ਲੈ। ਸਾਰੀ ਜ਼ਿੰਦਗੀ ਨਿਯਮ ਦੇ ਵਿੱਚ ਰਹਿਣਾ। ਇਹ ਸੁਣ ਕੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ, ਸਤਿਗੁਰੂ ਜੀ, ਜਦੋਂ ਅਵਸਥਾ ਆਪ ਜੀ ਨੇ ਏਡੀ ਉੱਚੀ ਬਣਾ ਦਿੱਤੀ, ਹੁਣ ਮੈਨੂੰ ਨਹਾਉਣ ਧੋਣ ਦੇ ਵਿੱਚ ਹੀ ਰੱਖੋਗੇ, ਕਿਉਂਕਿ ਜਿਹੜੀ ਅਵਸਥਾ ਹੈ ਬ੍ਰਹਮ ਗਿਆਨ ਦੀ, ਇਹ ਤਾਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਰੂਪ ਹੀ ਹੋ ਜਾਈਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਜਾਂ ਸਤਿਗੁਰੂ ਪਾਤਸ਼ਾਹ ਕਹਿੰਦੇ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਸ ਅਵਸਥਾ ਦੇ ਵਿੱਚ ਨਹਾਉਣ ਧੋਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੂੰ, ਕਹਿੰਦੇ, ਤੁਸਾਂ ਇਹ ਨਿਯਮ ਤਾਂ ਨਿਭਾਉਣੇ ਨੇ ਕਿ ਦੁਨੀਆ ਦੇ ਲੋਕ ਰੀਸ ਕਰਦੇ ਨੇ। ਜੇ ਤੁਸਾਂ ਨੇ ਇਹ ਨਿਯਮ ਛੱਡ ਦਿੱਤੇ ਤੇ ਕੌਣ ਅੰਮ੍ਰਿਤ ਵੇਲੇ ਉੱਠੇਗਾ? ਤੁਹਾਨੂੰ ਵੇਖ ਕੇ ਲੋਕਾਂ ਦਾ ਅੰਮ੍ਰਿਤ ਵੇਲਾ ਬਣ ਜਾਣਾ। ਤੁਸੀਂ ਇਸ਼ਨਾਨ ਕਰੋਗੇ, ਲੋਕ ਤੁਹਾਡੇ ਪਾਏ ਪੂਰਨਿਆਂ ਤੇ ਚੱਲ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰਨਗੇ। ਧਰਮ ਦੀ ਤੁਸੀਂ ਕਿਰਤ ਕਰੋਗੇ, ਲੋਕ ਰੀਸ ਕਰਦੇ ਨੇ, ਨਕਲ ਕਰਦੇ ਨੇ ਕਲਯੁਗੀ ਜੀਵ, ਤੇ ਇਹ ਵੀ ਧਰਮ ਦੀ ਕਿਰਤ ਵਿੱਚ ਜੁੜ ਜਾਣਗੇ। ਤੁਸੀਂ ਮਾਰਗਦਰਸ਼ੀ ਹੋਣਾ ਲੋਕਾਂ ਦੇ ਵਾਸਤੇ, ਭਾਵੇਂ ਤੁਹਾਨੂੰ ਕੋਈ ਇਹਨਾਂ ਨਿਯਮਾਂ ਦੀ ਲੋੜ ਨਹੀਂ। ਦੁਨੀਆ ਨੂੰ ਸਹੀ ਮਾਰਗ ਤੇ ਚਲਾਉਣ ਵਾਸਤੇ ਨਿਯਮ ਤੁਹਾਨੂੰ ਅਪਣਾਉਣੇ ਪੈਣਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਹੈ ਬਾਬਾ ਬੁੱਢਾ ਸਾਹਿਬ ਜੀ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ ਆਪਣੇ ਹਿਰਦੇ ਦੇ ਵਿੱਚ ਵਸਾ ਲਏ। ਫਿਰ ਸਾਰੀ ਜਿਹੜੀ ਜ਼ਿੰਦਗੀ ਅਵਸਥਾ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਅਨੁਸਾਰ ਹੀ ਹੋ ਕੇ ਸਮਾਂ ਆਪਣਾ ਬਸਰ ਕੀਤਾ। ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਕੀਰਤਨ ਸ਼ਰਵਣ ਕਰਦੇ ਨੇ, ਤੇ ਕਦੇ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਦੇ ਹਨ। ਕਿਉਂਕਿ ਸਤਿਗੁਰੂ ਪਾਤਸ਼ਾਹ ਪਹਿਲਾਂ ਕੀਰਤਨ ਕਰਿਆ ਕਰਦੇ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਤੇ ਗੁਰੂ ਨਾਨਕ ਸਾਹਿਬ ਰਸਨਾ ਤੋਂ ਕੀਰਤੀ ਕਰਦੇ ਪ੍ਰਮਾਤਮਾ ਦੀ। ਜਦੋਂ ਸੰਗਤਾਂ ਇਕੱਤਰ ਹੋ ਜਾਂਦੀਆਂ, ਮਨ ਇਕਾਗਰ ਹੋ ਜਾਂਦੇ, ਟਿਕਾ ਬਣ ਜਾਂਦਾ, ਉਹ ਸ਼ਬਦ ਦੀ ਵਿਆਖਿਆ ਆਪਣੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਕਰਿਆ ਕਰਦੇ। ਉਹ ਸੁਭਾਗ ਸਮਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੁੰਦਾ ਰਿਹਾ। ਜਦੋਂ ਕੱਥੂ ਨੰਗਲ ਤੋਂ ਤੁਰਨ ਲੱਗੇ ਗੁਰੂ ਨਾਨਕ ਸਾਹਿਬ, ਤਾਂ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਮੇਰੇ ਸਾਈਂ, ਹੁਣ ਆਪ ਦੇ ਦਰਸ਼ਨਾਂ ਤੋਂ ਬਿਨਾਂ ਇੱਕ ਖਿਣ ਵੀ ਨਹੀਂ ਰਿਹਾ ਜਾ ਸਕਦਾ। ਆਪ ਦੇ ਦੀਦਾਰਿਆਂ ਤੋਂ ਬਿਨਾਂ ਭੋਜਨ ਛਕਣਾ, ਦਰਸ਼ਨ ਕੀਤੇ ਤੋਂ ਬਿਨਾਂ ਕਾਰ ਵਿਹਾਰ ਵਿੱਚ ਪ੍ਰਵਿਰਤ ਹੋਣਾ, ਤੇ ਐਸਾ ਮੇਰੇ ਵਾਸਤੇ ਮੁਸ਼ਕਲ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ ਐਸਾ ਜਿਹੜੀ ਅਵਸਥਾ ਟਿਕਾ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਬ੍ਰਹਮ ਗਿਆਨ ਸੀ,
ਸਾਧ ਸੰਗਤ ਸਦੀਵ ਕਾਲ ਵਾਸਤੇ ਅਟਲ ਰਿਹਾ। ਇਹ ਅਵਸਥਾ ਹੋਇਆ ਕਰਦੀਆਂ ਤੇ ਜਦੋਂ ਕੋਈ ਸਿਮਰਨ ਕਰਨ ਲੱਗਦਾ ਕੁਝ ਸਮਾਂ ਮਨ ਟਿਕ ਜਾਣਾ, ਕੁਝ ਸਮਾਂ ਮਨ ਖੰਡਾ ਵਿੱਚ ਚਲੇ ਜਾਣਾ, ਕਿਤੇ ਮਨ ਇਕਾਗਰ ਹੋ ਜਾਣਾ, ਕਿਤੇ ਫੁਰਨਿਆਂ ਦੀਆਂ ਪੰਡਾਂ ਲੈ ਕੇ ਬੈਠ ਜਾਂਦਾ। ਜਦੋਂ ਪੂਰਨ ਗੁਰੂ ਦੀ ਮਹਾਨ ਬਖਸ਼ਿਸ਼ ਹੋ ਜਾਂਦੀ ਤੇ ਫਿਰ ਐਸਾ ਉਹ ਗਿਆਨ ਜਦੋਂ ਪ੍ਰਾਪਤ ਹੁੰਦਾ, ਫਿਰ ਨਹੀਂ ਉੱਥੇ ਕਿਤੇ ਅਵਸਥਾ ਡਾਮਾਡੋਲ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਐਸੀਆਂ ਜਿਹੜੀਆਂ ਮਹਾਨ ਬਖਸ਼ਿਸ਼ਾਂ ਬਾਬਾ ਬੁੱਢਾ ਸਾਹਿਬ ਜੀ ਦੇ ਉੱਪਰ ਕੀਤੀਆਂ ਨੇ, ਉਹਨਾਂ ਦੀ ਐਸੀ ਜਿਹੜੀ ਸੁਰਤ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਵਿੱਚ ਟਿਕਾ ਦਿੱਤੀ। ਹਰ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਪਰਮ ਸੇਵਕ ਬਾਬਾ ਬੁੱਢਾ ਸਾਹਿਬ ਜੀ ਨੇ ਪਰਮਾਤਮਾ ਨੂੰ ਵੇਖਿਆ। ਜਿੱਧਰ ਵੀ ਨਜ਼ਰ ਮਾਰ ਕੇ ਵੇਖਦੇ ਸਨ ਤਾਂ ਉਸ ਪਾਸੇ ਗੁਰੂ ਨਾਨਕ ਪਰਮੇਸ਼ਰ ਸਰੂਪ ਹੀ ਨਜ਼ਰੀ ਪੈਂਦਾ ਸੀ। ਐਸੀ ਜਿਹੜੀ ਪਰਪੱਕ ਅਵਸਥਾ ਹੈ, ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਈ। ਕਿੰਨਾਂ ਦੇ ਕੋਲੋਂ? ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ। ਸਤਿਗੁਰੂ ਤੇ ਐਸੇ ਨੇ ਮੂਰਖਾਂ ਨੂੰ ਪੰਡਤ ਚਤਰ ਤਤ ਵੇਤੇ ਗਿਆਨਵਾਨ ਬਣਾ ਦਿੰਦੇ ਨੇ। ਜੇ ਕਿਤੇ ਕਿਸੇ ਗਿਆਨਵਾਨ ਦੇ ਵਿਦਵਾਨ ਦੇ ਮਨ ਵਿੱਚ ਹੰਗਤਾ ਪੈਦਾ ਹੋ ਜਾਵੇ, ਇੱਕ ਖਿਣ ਵਿੱਚ ਗਿਆਨ ਉਹਦਾ ਲੈ ਕਰਕੇ ਉਹਨੂੰ ਮੂਰਖ ਵੀ ਬਣਾ ਕੇ ਰੱਖ ਦਿੰਦੇ ਨੇ। ਰੀਤੇ ਭਰੇ ਭਰੇ ਸਖਨਾਵੇ ਜਹ ਤਾਕੋ ਵਿਵਹਾਰੇ। ਭਰਿਆਂ ਨੂੰ ਖਾਲੀ ਕਰ ਦੇਣਾ ਤੇ ਖਾਲੀਆਂ ਨੂੰ ਨੱਕੋ ਨੱਕ ਭਰ ਦੇਣਾ, ਇਹ ਚੋਜ ਨੇ ਮੇਰੇ ਸਤਿਗੁਰੂ ਜੀ ਦੇ। ਬਾਬਾ ਬੁੱਢਾ ਸਾਹਿਬ ਜੀ ਦੇ ਉੱਪਰ ਉਹ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਜੀ ਨੇ ਕਰ ਦਿੱਤੀਆਂ। ਸਾਧ ਸੰਗਤ ਜਿਸ ਅਵਸਥਾ ਦੀ ਪ੍ਰਾਪਤੀ ਵਾਸਤੇ ਜੋਗੀ ਲੋਕ ਹਜ਼ਾਰਾਂ ਸਾਲਾਂ ਤੱਕ ਦਸਮ ਦੁਆਰ ਵਿੱਚ ਸਵਾਸ ਚੜਾ ਕਰਕੇ ਉਹ ਆਨੰਦ ਮਾਣਨਾ ਚਾਹੁੰਦੇ ਨੇ, ਪਰੰਤੂ ਉਹ ਆਨੰਦ ਨਹੀਂ ਬਣਦਾ। ਜੋਗ ਸਾਧਨਾ ਕਮਾ ਕੇ ਜਿਹੜੀ ਅਵਸਥਾ ਨਹੀਂ ਬਣਦੀ। ਜਿਹੜੀ ਅਵਸਥਾ ਵਾਸਤੇ ਵਿਦਵਾਨ ਸੱਜਣ ਸਾਰੀ ਦੁਨੀਆ ਸਾਰੀ ਅਵਸਥਾ ਆਪਣੀ ਉਮਰ ਦੇ ਵਿੱਚ ਵਿਦਿਆ ਪੜ੍ਹਦਾ, ਮੈਨੂੰ ਬ੍ਰਹਮ ਗਿਆਨ ਦਾ ਆਨੰਦ ਬਣ ਜਾਵੇ, ਨਹੀਂ ਬਣਦਾ। ਤੇ ਉਹ ਜਿਹੜਾ ਆਨੰਦ ਗੁਰੂ ਨਾਨਕ ਸਾਹਿਬ ਨੇ ਖਿਣ ਵਿੱਚ ਬਚਨਾਂ ਦੇ ਨਾਲ ਦੇ ਦਿੱਤਾ। ਮੇਰੇ ਸਤਿਗੁਰੂ ਸਮਰੱਥ ਹਨ, ਪਰਮੇਸ਼ਰ ਸਵਰੂਪ ਹਨ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਰਹਿਮਤਾਂ ਕੀਤੀਆਂ। ਉਹਨਾਂ ਹੀ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਹੋਰ ਕਿਵੇਂ ਬਖਸ਼ਿਸ਼ਾਂ ਗੁਰੂ ਨਾਨਕ ਦੇ ਦਰ ਤੋਂ ਮਿਲੀਆਂ, ਗੁਰੂ ਨਾਨਕ ਸਾਹਿਬ ਜੀ ਦੀਆਂ ਕਿਹੜੀਆਂ ਕਿਹੜੀਆਂ ਸੇਵਾਵਾਂ ਕੀਤੀਆਂ। ਦੂਸਰੇ ਤੀਸਰੇ ਚੌਥੇ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਦੇ ਤੱਕ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਕੀ ਕੀ ਯੋਗਦਾਨ ਰਿਹਾ। ਇਹ ਜਿਹੜੀਆਂ ਐਸੀਆਂ ਗੁਰਮਤਿ ਵਿਚਾਰਾਂ ਨੇ, ਆਪਾਂ ਅੱਗੇ ਕੱਲ ਦੇ ਦੀਵਾਨ ਵਿੱਚ ਵੀ ਬਾਬਾ ਜੀ ਦੇ ਜੀਵਨ ਦੇ ਉੱਤੇ ਰੱਖਾਂਗੇ, ਕਿਉਂਕਿ 3 ਦਿਨ ਦਾ ਸਮਾਂ ਹੈ ਤੇ ਮਹਾਂਪੁਰਖਾਂ ਦਾ ਬ੍ਰਹਮ ਗਿਆਨੀਆਂ ਦਾ ਜੋੜ ਮੇਲ ਹੋਵੇ। ਇਸ ਲਈ ਬਹੁਤ ਚੰਗਾ ਵੀ ਉਹਨਾਂ ਦਾ ਜੀਵਨ ਆਪ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇ, ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਬਾਬਾ ਬੁੱਢਾ ਸਾਹਿਬ ਦੀ ਕੀ ਦੇਣ ਹੈ ਸਾਡੇ ਪ੍ਰਤੀ। ਸੋ ਇਸ ਲਈ ਸਮੁੱਚੀਆਂ ਸੰਗਤਾਂ ਜੋ ਵੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜੇ ਹੋਣ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਕਿਰਪਾ ਬਖਸ਼ਿਸ਼ ਕਰਨ, ਸਾਰੀਆਂ ਸੰਗਤਾਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ, ਸੰਗਤਾਂ ਨੂੰ ਆਪਣੇ ਚਰਨਾਂ ਕਬਲਾਂ ਨਾਲ ਸਤਿਗੁਰੂ ਜੋੜ ਕਰਕੇ ਰੱਖਣ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਇਥੋਂ ਦੇ ਪ੍ਰਬੰਧਕ ਵੀਰ, ਮੁੱਖ ਪ੍ਰਬੰਧਕ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਦਲਜੀਤ ਸਿੰਘ ਜੀ, ਜਿਹੜੇ ਇਸ ਸਥਾਨ ਦੇ ਮੁੱਖ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਂਦੇ ਨੇ, ਤੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦਾ ਕੀਰਤਨ ਵੀ ਬੜੇ ਪਿਆਰ ਵਿੱਚ ਭਿੱਜ ਕੇ ਕਰਦੇ ਹਨ। ਸਮੇਂ ਸਮੇਂ ਨਾਲ ਸਿਮਰਨ ਆਪ ਕਰਦੇ ਤੇ ਸੰਗਤਾਂ ਤੋਂ ਕਰਵਾਉਂਦੇ ਹਨ। ਉਹਨਾਂ ਗੁਰੂ ਪਿਆਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਮੇਰੇ ਸਤਿਕਾਰਯੋਗ ਵੀਰ ਗਿਆਨੀ ਬਲਰਾਜ ਸਿੰਘ ਜੀ ਸਟੇਜ ਸੈਕਟਰੀ ਹਨ ਜਿਹੜੇ, ਉਹਨਾਂ ਦਾ ਧੰਨਵਾਦ।
ਹੋਰ ਅਨੇਕਾਂ ਗੁਰਮੁਖ ਰੂਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਨ੍ਹਾਂ ਸਥਾਨਾਂ ਤੇ ਸੇਵਾਵਾਂ ਕਰਦੀਆਂ ਨੇ। ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਆਪਣੀ ਗੋਦ ਵਿੱਚ ਬਿਠਾ ਕੇ ਗੁਰੂ ਜੈਸੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਹਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਹੀ ਕਰਵਾਈ ਹੈ। ਵਿਚਾਰਾਂ ਦੀ ਸਾਂਝ ਪਾਉਂਦਿਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ ਜੀ। ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।